ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅੱਜ ਆਪਾਂ ਜੋ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੋਈ ਆ ਉਸ ਨੂੰ ਕੰਟੀਨਿਊ ਕਰਾਂਗੇ। ਆਪਾਂ ਮੇਨਲੀ ਇੱਕ ਯੂਨਿਟ ਕੰਪਲੀਟ ਕਰ ਚੁੱਕੇ ਹਾਂ। ਇਹ ਤੁਹਾਡੀ ਸੈਕਿੰਡ ਯੂਨਿਟ ਦਾ ਸੈਕਿੰਡ ਜੋ ਲੈਕਚਰ ਹੈ। ਅਗਰ ਤੁਸੀਂ ਫਸਟ ਲੈਕਚਰ ਨਹੀਂ ਦੇਖਿਆ ਤਾਂ ਦੇਖ ਲਿਓ। ਅੱਜ ਆਪਾਂ ਸੈਕਿੰਡ ਲੈਕਚਰ ਕਰਾਂਗੇ ਥਰਮੋਡਾਇਨਾਮਿਕਸ ਦਾ, ਜੋ ਤੁਹਾਡਾ ਸੈਕਿੰਡ ਹੋਣ ਵਾਲਾ ਹੈ। ਅਗਰ ਤੁਸੀਂ ਫਸਟ ਕਲਾਸ ਅਟੈਂਡ ਨਹੀਂ ਕੀਤੀ ਤਾਂ ਪਲੀਜ਼ ਉਹਨੂੰ ਦੇਖ ਲਓ ਸੋ ਦੈਟ ਤੁਹਾਡੇ ਬੇਸਿਕ ਕੀ ਆ ਕਲੀਅਰ ਹੋ ਜਾਣ। ਅਗਰ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ, ਦੇਖੋ ਜੋ ਆਪਾਂ ਲਾਸਟ ਕੀਤਾ ਸੀ, ਆਪਾਂ ਲਾਸਟ ਕੀ ਗੱਲ ਕੀਤੀ ਸੀ, ਆਪਾਂ ਨੇ ਫਸਟ ਲਾ ਆਫ ਥਰਮੋਡਾਇਨਾਮਿਕਸ ਕਰ ਲਿਆ ਸੀ, ਜ਼ੀਰੋਥ ਲਾ ਕਰ ਲਿਆ ਸੀ, ਕੁਝ ਆਪਾਂ ਨੇ ਆਈਸੋਥਰਮਲ ਪ੍ਰੋਸੈਸ, ਆਈਸੋਬਾਰਿਕ ਪ੍ਰੋਸੈਸ ਮੀਨਸ ਜੋ ਥਰਮੋਡਾਇਨਾਮਿਕਸ ਵੇਰੀਏਬਲਸ ਸੀਗੇ ਉਹਨਾਂ ਬਾਰੇ ਗੱਲ ਕੀਤੀ ਸੀ। ਕਲੀਅਰ? ਆਪਾਂ ਨੇ ਫਸਟ ਲਾ ਵੀ ਕੀਤਾ ਸੀ ਥਰਮੋਡਾਇਨਾਮਿਕਸ ਦਾ, ਜੋ ਫਸਟ ਲਾ ਹੈ, ਜ਼ੀਰੋਥ ਲਾ ਹੈ, ਸਭ ਕੀ ਕੀਤਾ ਸੀ, ਡਿਸਕਸ ਕੀਤਾ ਸੀ। ਕੁਝ ਫਸਟ ਲਾ ਦੀਆਂ ਲਿਮਿਟੇਸ਼ਨਸ ਸੀਗੀਆਂ। ਕੀ ਲਿਮਿਟੇਸ਼ਨਸ ਸੀਗੀਆਂ ਇਹ ਵੀ ਆਪਾਂ ਡਿਸਕਸ ਕੀਤਾ ਸੀ ਕਿ ਆਪਾਂ ਨੂੰ ਕੀ ਹੈ ਫਲੋ ਆਫ ਡਾਇਰੈਕਸ਼ਨ ਬਾਰੇ ਗੱਲ ਨਹੀਂ ਕੀਤੀ ਸੀ ਫਸਟ ਲਾ ਨੇ। ਦੇਖੋ ਇਹ ਮੈਂ ਤਾਂ ਦੱਸ ਰਹੀ ਹਾਂ ਕਿਉਂਕਿ ਜੋ ਅੱਗੇ ਆਪਾਂ ਟੌਪਿਕ ਕਰਾਂਗੇ ਉਹ ਰਿਲੇਟ ਕਰਦੇ ਨੇ ਆਪਸ ਦੇ ਵਿੱਚ। ਫਲੋ ਆਫ ਡਾਇਰੈਕਸ਼ਨ ਨਹੀਂ ਦੱਸੀ ਸੀ ਵੀ ਜੋ ਫਲੋ ਆਫ ਹੀਟ ਦੀ ਜੋ ਫਲੋ ਹੋਗੀ ਉਸਦੀ ਡਾਇਰੈਕਸ਼ਨ ਨੂੰ ਮੈਂਸ਼ਨ ਨਹੀਂ ਕੀਤਾ ਗਿਆ ਸੀ। ਤਾਂ ਕਿਸ ਵੇ ਨਾਲ ਕੀ ਹੈ ਜੋ ਹੀਟ ਹੈ ਉਹ ਟਰਾਂਸਫਰ ਹੋਏਗੀ। ਜਿਵੇਂ ਮੰਨ ਲਓ ਆਹ ਕੋਈ ਵੀ ਬੀਕਰ ਹੈ, ਇਸ ਦੇ ਵਿੱਚ ਕੋਈ ਲਿਕੁਇਡ ਪ੍ਰੈਜ਼ੈਂਟ ਹੈ ਜਿਸ ਦਾ ਅਗਰ ਆਪਾਂ ਟੈਂਪਰੇਚਰ ਕਿੰਨਾ 100 ਡਿਗਰੀ ਸੈਲਸੀਅਸ ਹੈ, ਔਰ ਇਸ ਸਾਈਡ ਇੱਕ ਸੈਕਿੰਡ ਬੀਕਰ ਹੈ ਜਿਸ ਦਾ ਟੈਂਪਰੇਚਰ ਅਗਰ ਆਪਾਂ ਗੱਲ ਕਰੀਏ 0 ਡਿਗਰੀ ਸੈਲਸੀਅਸ ਹੈ। ਤਾਂ ਇਸ ਤੋਂ ਦੂਸਰੇ ਤੱਕ ਮੀਨਸ ਇਸ ਬੀਕਰ ਤੋਂ ਦੂਸਰੇ ਬੀਕਰ ਤੱਕ ਹੀਟ ਦੀ ਟਰਾਂਸਫਰ ਦੀ ਜੋ ਡਾਇਰੈਕਸ਼ਨ ਹੋਏਗੀ ਉਹ ਇੰਡੀਕੇਟ ਨਹੀਂ ਕੀਤੀ ਸੀ। ਇਸ ਨੂੰ ਦੱਸਣ ਦੇ ਵਿੱਚ ਫਸਟ ਲਾ ਏਬਲ ਨਹੀਂ ਸੀ। ਨਾ ਹੀ ਉਸਨੇ ਕੀ ਹੈ ਦੱਸਿਆ ਸੀ ਕਿ ਆਪਾਂ ਨੂੰ ਅਗਰ ਗੱਲ ਕਰੀਏ ਹੀਟ ਸਪੋਨਟੇਨੀਅਸਲੀ ਕਨਵਰਟ ਨਹੀਂ ਹੋ ਸਕਦੀ ਵਰਕ ਦੇ ਵਿੱਚ। ਹੀਟ ਸਪੋਨਟੇਨੀਅਸਲੀ ਵਰਕ ਦੇ ਵਿੱਚ ਕੀ ਹੈ ਕਨਵਰਟ ਨਹੀਂ ਹੋ ਸਕਦੀ। ਇਹ ਵੀ ਕਿਸੇ ਫਸਟ ਲਾ ਦੀ ਲਿਮਿਟੇਸ਼ਨ ਸੀ। ਇਹ ਆਪਾਂ ਇਸ ਲਈ ਡਿਸਕਸ ਕੀਤਾ ਕਿਉਂਕਿ ਅੱਗੇ ਜੋ ਆਪਾਂ ਸੈਕਿੰਡ ਲਾ ਡਿਸਕਸ ਕਰਾਂਗੇ ਉਸ ਦੇ ਵਿੱਚ ਤੁਹਾਨੂੰ ਕੋਈ ਫਿਰ ਕਨਫਿਊਜ਼ਨ ਨਹੀਂ ਹੋਣੀ। ਡਿਸਕਸ ਕਰਦੇ ਦੇਖੋ ਸੈਕਿੰਡ ਲਾ ਕੀ ਕਹਿੰਦੇ ਨੇ। ਜੋ ਸੈਕਿੰਡ ਲਾ ਆਫ ਥਰਮੋਡਾਇਨਾਮਿਕਸ ਹੈ ਇਸ ਦੇ ਵਿੱਚ ਕੀ ਗੱਲ ਕੀਤੀ ਗਈ ਸੀ ਕਿ ਦੇਖੋ ਪੂਰੀ ਹੀਟ ਦੀ ਅਗਰ ਗੱਲ ਕਰੀਏ ਐਵੇਂ ਦਾ ਕੋਈ ਵੀ ਪ੍ਰੋਸੈਸ ਨਹੀਂ ਹੈ ਜਿਹਦੇ ਵਿੱਚ ਕੀ ਹੈ ਜੋ ਹੀਟ ਉਸਨੇ ਅਬਜ਼ੋਰਬ ਕੀਤੀ ਹੈ ਉਹ ਕੰਪਲੀਟਲੀ ਵਰਕ ਦੇ ਵਿੱਚ ਕੀ ਹੋ ਜੇ ਕਨਵਰਟ ਹੋ ਜੇ। ਕੁਛ ਨਾ ਕੁਛ ਹੀਟ ਕੀ ਹੋਏਗੀ ਲੂਜ਼ ਹੋਏਗੀ, ਲੋਸ ਹੋਏਗਾ ਹੀਟ ਦਾ। ਇਸ ਦੇ ਵਿੱਚ ਕੀ ਹੈ ਕਿਸ ਦੇ ਵਿੱਚ ਗੱਲ ਕੀਤੀ ਗਈ ਸੀ, ਸੈਕਿੰਡ ਲਾ ਆਫ ਥਰਮੋਡਾਇਨਾਮਿਕਸ ਦੇ ਵਿੱਚ ਗੱਲ ਕੀਤੀ ਗਈ ਸੀ ਕਿ ਐਦਾਂ ਦਾ ਕੋਈ ਵੀ ਕੰਮ ਨਹੀਂ ਹੈ ਜਿਹਦੇ ਵਿੱਚ ਜੋ ਹੀਟ ਹੈ ਉਹ ਕੰਪਲੀਟਲੀ ਵਰਕ ਦੇ ਵਿੱਚ ਕੀ ਹੋ ਜੇ ਕਨਵਰਟ ਹੋ ਜੇ। ਇੱਦਾਂ ਨਹੀਂ ਹੋ ਸਕਦਾ। ਕੁਛ ਨਾ ਕੁਛ ਹੀਟ ਕੀ ਹੋਏਗੀ ਲੂਜ਼ ਹੋਏਗੀ। ਅਤੇ ਇਹ ਕਿਹਨਾਂ ਨੇ ਕਿਹਾ ਸੀ ਡੈਫੀਨੇਸ਼ਨ, ਇਹ ਕੈਲਵਿਨ ਪਲੈਂਕ ਸਟੇਟਮੈਂਟ ਸੀ। ਇੱਕ ਸਟੇਟਮੈਂਟ ਹੋਰ ਸੀ ਕਲੌਸੀਅਸ ਸਟੇਟਮੈਂਟ। ਇਹਨਾਂ ਨੇ ਕਿਹਾ ਸੀ ਕੋਈ ਵੀ ਪ੍ਰੋਸੈਸ ਐਵੇਂ ਦਾ ਪੋਸੀਬਲ ਨਹੀਂ ਹੈ ਜਿਸ ਦੇ ਵਿੱਚ ਜੋ ਟਰਾਂਸਫਰ ਆਫ ਹੀਟ ਹੈ ਕੋਲਡਰ ਓਬਜੈਕਟ ਤੋਂ ਮੀਨਸ ਠੰਡੇ ਓਬਜੈਕਟ ਤੋਂ, ਕੋਲਡ ਓਬਜੈਕਟ ਤੋਂ ਕੋਈ ਠੰਡਾ ਓਬਜੈਕਟ ਕੋਈ ਬੀਕਰ ਹੈ ਤੋਂ ਕਿਸ ਤੋਂ ਕਨਵਰਟ ਹੋ ਜੇ ਟੂ ਅ ਹੋਟਰ ਓਬਜੈਕਟ, ਕੋਈ ਗਰਮ ਚੀਜ਼ ਦੇ ਵਿੱਚ, ਟੂ ਹੌਟ ਓਬਜੈਕਟ ਦੇ ਵਿੱਚ ਕੀ ਹੋ ਜੇ ਕਨਵਰਟ ਹੋ ਜੇ। ਇੱਦਾਂ ਦਾ ਵੀ ਕੀ ਹੈ ਕੋਈ ਪ੍ਰੋਸੈਸ ਨਹੀਂ ਹੈ ਕਿ ਕੰਪਲੀਟਲੀ ਕਨਵਰਜ਼ਨ ਹੋ ਜੇ। ਕਲੀਅਰ? ਇਹ ਇੰਪੋਸੀਬਲ ਸੀਗਾ ਕਰਨਾ ਕਿਸੇ ਵੀ ਐਕਸਟਰਨਲ ਏਜੰਸੀ ਦੁਆਰਾ। ਕੋਈ ਵੀ ਅੰਦਰ ਜੋ ਐਕਸਟਰਨਲ ਏਜੰਸੀ ਪ੍ਰੈਜ਼ੈਂਟ ਹੈ। ਦੇਖੋ ਅਗਰ ਇਹਨਾਂ ਨੇ ਕੀ ਕਹਿਣਾ ਚਾਹੁੰਦੇ ਸੀਗੇ, ਮੰਨ ਲਓ ਆਪਣਾ ਸੋਰਸ ਹੈ, ਸੋਰਸ ਜਿਹਦਾ ਟੈਂਪਰੇਚਰ ਕੀ ਹੈ T1 ਹੈ। ਕਲੀਅਰ? ਇਹਨਾਂ ਤੋਂ ਜਦੋਂ ਕੋਈ ਹੀਟ ਜਾਂਦੀ ਹੈ Q1 ਕੋਈ ਹੀਟ ਹੈ ਕਿਸ 'ਤੇ ਜਾ ਰਹੀ ਹੈ, ਇੱਥੇ ਕੋਈ ਇੰਜਨ ਪ੍ਰੈਜ਼ੈਂਟ ਹੈ। ਕਲੀਅਰ? ਇੰਜਨ ਪ੍ਰੈਜ਼ੈਂਟ ਹੈ ਅਤੇ ਇਸ ਸਾਈਡ ਵਰਕ ਇੱਕ ਵਾਰ ਮੈਂ ਡਰਾ ਕਰ ਲਾਂ ਦੈਨ ਆਈ ਵਿਲ ਐਕਸਪਲੇਨ। Q2 ਇੱਥੇ ਆਪਣਾ ਕੀ ਹੈ ਸਿੰਕ, ਜਿੱਥੇ ਜੋ ਆਪਣੀ ਟੈਂਪਰੇਚਰ ਹੈ ਉਹ T2 ਹੈ। ਕਲੀਅਰ? ਦੇਖੋ ਇਹਦੇ ਵਿੱਚ ਕੀ ਕਿਹਾ ਗਿਆ ਸੀ, ਕਹਿੰਦੇ ਇੱਦਾਂ ਪੋਸੀਬਲ ਨਹੀਂ ਹੈ ਕਿ ਜੋ ਹੀਟ ਆ ਰਹੀ ਹੈ ਮੰਨ ਲਓ ਸੋਰਸ ਤੋਂ ਆ ਰਹੀ ਹੈ ਟੈਂਪਰੇਚਰ T1 ਤੋਂ ਕੋਈ ਹੀਟ ਆ ਰਹੀ ਹੈ ਉਹ ਕੰਪਲੀਟਲੀ ਵਰਕ ਦੇ ਵਿੱਚ ਕੀ ਹੈ ਕਨਵਰਟ ਹੋ ਜਾਏ। ਦੇਖੋ ਵਰਕ ਕਿਹਦੇ ਇਕੁਅਲ ਹੁੰਦਾ Q2 ਮਾਈਨਸ Q1 ਦੇ।
Q2 ਮਾਈਨਸ Q1। ਦੇਖੋ ਅਗਰ ਕੰਪਲੀਟਲੀ Q1 ਕੀ ਹੈ ਕਨਵਰਟ ਹੋ ਜਾਂਦੀ ਹੈ ਵਰਕ ਦੇ ਵਿੱਚ, ਇਸ ਦਾ ਮਤਲਬ ਕੀ ਹੋ ਜਾਊਗਾ ਤੁਹਾਡਾ Q1 ਕੀ ਹੋਗੀ 0। ਅਗਰ Q1 0 ਹੈ ਇਸ ਦਾ ਮਤਲਬ ਵਰਕ ਡਨ ਕਿਸ ਦੇ ਇਕੁਅਲ ਆ ਜੂ Q2 ਦੇ ਇਕੁਅਲ ਆ ਜੂ। ਬਟ ਇਹ ਤਾਂ ਪੋਸੀਬਲ ਹੀ ਨਹੀਂ ਹੈ ਕਿ ਕੰਪਲੀਟਲੀ ਅਗਰ ਵਰਕ ਡਨ ਦੇ ਵਿੱਚ ਚੇਂਜ ਹੋ ਜਾਂਦੀ ਹੈ, ਇੰਜਨ ਕੰਪਲੀਟਲੀ ਵਰਕ ਡਨ ਦੇ ਵਿੱਚ ਕਨਵਰਟ ਕਰ ਦਿੰਦਾ ਤਾਂ ਇਸ ਦਾ ਮਤਲਬ Q2 ਕੋਲ ਕੋਈ ਹੀਟ ਹੀ ਨਹੀਂ ਆਏਗੀ ਸਿੰਕ ਕੋਲ, ਤਾਂ ਇਹ ਤਾਂ ਪੋਸੀਬਲ ਹੀ ਨਹੀਂ ਹੈ। ਐਵੇਂ ਦੀ ਕੋਈ ਵੀ ਮਸ਼ੀਨ ਪ੍ਰੈਜ਼ੈਂਟ ਨਹੀਂ ਹੈ ਜੋ ਕੰਪਲੀਟ ਜੋ ਹੀਟ ਹੈ ਉਸਨੂੰ ਵਰਕ ਦੇ ਵਿੱਚ ਕੀ ਕਰਦੇ ਕਨਵਰਟ ਕਰਦੇ, ਕੁਛ ਨਾ ਕੁਛ ਹੀਟ ਕੀ ਹੋਏਗੀ ਲੂਜ਼ ਹੋਏਗੀ, ਲੋਸ ਹੋਏਗਾ ਉਸਦਾ। ਕਲੀਅਰ। ਇਹ ਕਿਸ ਨੇ ਕਿਹਾ ਸੀ ਜੋ ਆਪਣਾ ਸੈਕਿੰਡ ਲਾ ਆਫ ਥਰਮੋਡਾਇਨਾਮਿਕਸ ਹੈ। ਦੇਖੋ ਆਪਣੀ ਐਫੀਸ਼ੀਐਂਸੀ ਕਿਸ ਦੇ ਇਕੁਅਲ ਹੁੰਦੀ ਹੈ ਈਟਾ 1 ਮਾਈਨਸ Q2 ਬਾਈ Q1 ਦੇ, ਇਸ ਦੇ ਇਕੁਅਲ ਹੀ ਹੁੰਦੀ ਹੈ। ਤਾਂ ਇਸ ਦਾ ਮਤਲਬ ਕੋਈ ਨਾ ਕੋਈ ਹੀਟ ਕੀ ਹੋਏਗੀ ਲੂਸ ਹੋਏਗੀ, ਕਿਉਂਕਿ ਅਗਰ ਲੋਸ ਨਹੀਂ ਹੋਏਗਾ ਤਾਂ ਇਸ ਦਾ ਮਤਲਬ ਇਹ ਇੱਕ ਚੀਜ਼ 0 ਦੇ ਇਕੁਅਲ ਆ ਜਾਏਗੀ ਤਾਂ ਐਫੀਸ਼ੀਐਂਸੀ 1 ਦੇ ਇਕੁਅਲ ਆ ਜਾਏਗੀ। ਇਹ ਤਾਂ ਪੋਸੀਬਲ ਹੀ ਨਹੀਂ ਹੈ ਵੀ ਕਿਉਂਕਿ 100% ਤਾਂ ਆਪਣੀ ਐਫੀਸ਼ੀਐਂਸੀ ਹੋ ਹੀ ਨਹੀਂ ਸਕਦੀ ਕਿ 100% ਹੀਟ ਲੋਸ ਹੋ ਜੇ, ਇਹ ਤਾਂ ਪੋਸੀਬਲ ਹੀ ਨਹੀਂ ਹੈ। ਇਹੀ ਕਿੰਨਾ ਨੇ ਕਿਹਾ ਸੀ ਆਪਾਂ ਨੂੰ ਸੈਕਿੰਡ ਲਾ ਆਫ ਥਰਮੋਡਾਇਨਾਮਿਕਸ ਨੇ ਕਿਹਾ ਸੀ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ। ਨੈਕਸਟ ਦੇਖੋ ਆਪਣੇ ਕੋਲ ਕੀ ਟਰਮ ਹੈ ਇੰਟਰੋਪੀ। ਨੈਕਸਟ ਆਪਣੇ ਕੋਲ ਜੋ ਟਰਮ ਹੈ ਉਹ ਹੈ ਇੰਟਰੋਪੀ। ਇੰਟਰੋਪੀ ਨੂੰ ਅਗਰ ਸਿੰਪਲ ਵੇ ਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਇੰਟਰੋਪੀ ਕਿੰਨਾ ਨੇ ਗੱਲ ਕੀਤੀ ਸੀ, ਇਹ ਗੱਲ ਕੀਤੀ ਸੀ ਕਲੌਜ਼ਸ ਨੇ ਇੰਟਰੋਡਿਊਸ ਕੀਤੀ ਸੀ ਇੰਟਰੋਪੀ। ਇੰਟਰੋਪੀ ਨੂੰ ਅਗਰ ਆਪਾਂ ਗੱਲ ਕਰੀਏ ਇੰਟਰੋਪੀ ਹੁੰਦੀ ਕੀ ਹੈ, ਇੰਟਰੋਪੀ ਦਾ ਮਤਲਬ ਕੀ ਹੈ, ਮਤਲਬ ਹੈ ਰੈਂਡਮਨੈਸ। ਰੈਂਡਮਨੈਸ ਜਾਂ ਆਪਾਂ ਬੋਲ ਸਕਦੇ ਹਾਂ ਡਿਸਆਰਡਰ ਆਫ ਮੋਲੀਕਿਊਲਸ। ਜਦੋਂ ਮੋਲੀਕਿਊਲ ਕਿਸ 'ਚ ਹੁੰਦੇ ਨੇ ਡਿਸਆਰਡਰ ਮੀਨਸ ਇੱਧਰ ਉੱਧਰ ਰੈਂਡਮਨੈਸ ਦੇ ਵਿੱਚ ਰੈਂਡਮਲੀ ਮੂਵ ਕਰ ਰਹੇ ਹਨ। ਡਿਸਆਰਡਰ ਆਫ ਮੋਲੀਕਿਊਲਸ, ਜਦੋਂ ਮੋਲੀਕਿਊਲਸ ਕੀ ਹੈ ਕੋਈ ਵੀ ਇੱਕ ਰੈਂਡਮ ਮੋਸ਼ਨ ਦੇ ਵਿੱਚ ਨੇ, ਮੋਲੀਕਿਊਲਸ ਦੀ ਮੋਸ਼ਨ ਹੈ ਉਸਨੂੰ ਆਪਾਂ ਕੀ ਬੋਲ ਦਿੰਦੇ ਹਾਂ ਇੰਟਰੋਪੀ। ਕਿਸ ਦੀ? ਇੱਕ ਸਿਸਟਮ ਦੀ। ਜਿੰਨੀ ਜ਼ਿਆਦਾ ਡਿਸਆਰਡਰ ਹੋਏਗਾ ਮੋਲੀਕਿਊਲਸ ਦਾ ਉਨੀ ਜ਼ਿਆਦਾ ਕੀ ਹੋਏਗੀ ਆਪਣੇ ਕੋਲ ਇੰਟਰੋਪੀ ਹੋਏਗੀ। ਕਲੀਅਰ? ਸਮਝ ਆਇਆ? ਤਾਂ ਇੰਟਰੋਪੀ ਹੁਣ ਹੁੰਦੀ ਕੀ ਹੈ? ਚੇਂਜ ਇਨ ਇੰਟਰੋਪੀ। ਸੋਰੀ ਅਗਰ ਡਿਸਟਰਬੈਂਸ ਆ ਰਹੀ ਹੋਵੇ। ਚੇਂਜ ਇਨ ਇੰਟਰੋਪੀ ਦੀ ਗੱਲ ਕਰਦੇ ਹਾਂ। DS ਐਸ ਨਾਲ ਇੰਟਰੋਪੀ ਨੂੰ ਸ਼ੋ ਕੀਤਾ ਜਾਂਦਾ ਹੈ। ਕਿਹਦੇ ਇਕੁਅਲ ਹੁੰਦੀ ਹੈ? ਕਿੰਨੀ ਹੀਟ ਅਬਜ਼ੋਰਬ ਹੋਈ DQ, ਹੀਟ ਅਬਜ਼ੋਰਬ ਬਾਏ ਦਾ ਸਿਸਟਮ ਅਪੋਨ ਟੈਂਪਰੇਚਰ, ਐਬਸਲਿਊਟ ਟੈਂਪਰੇਚਰ। ਇਹ ਤੁਹਾਡਾ ਕਿਸ ਦਾ ਫਾਰਮੂਲਾ ਹੈ? ਇੰਟਰੋਪੀ ਦਾ ਫਾਰਮੂਲਾ ਹੈ। ਕਲੀਅਰ? ਦੇਖਦੇ ਹਾਂ ਆਪਾਂ ਜੋ ਆਪਣੇ ਨੋਟਸ ਕਹਿ ਰਹੇ ਦੇਖੋ ਇਹੀ ਸ਼ੋ ਕੀਤਾ ਹੋਇਆ। ਦੇਖੋ ਅਗਰ ਥਰਮੋਡਾਇਨਾਮਿਕ ਸਟੇਟਸ ਆਫ ਐਨੀ ਵਰਕਿੰਗ ਸਬਸਟੈਂਸ ਬਾਏ ਇੰਟਰੋਪੀ, ਜੋ ਥਰਮੋਡਾਇਨਾਮਿਕਲ ਸਟੇਟ ਹੁੰਦੀ ਹੈ ਉਸ ਦਾ ਮਤਲਬ ਕਿ ਕੋਈ ਵੀ ਕੰਮ ਹੋ ਰਿਹਾ ਉਹਦੇ ਵਿੱਚ ਜੋ ਸਬਸਟੈਂਸ ਹੈ ਉਹ ਕੀ ਸ਼ੋ ਕਰ ਰਿਹਾ ਇੰਟਰੋਪੀ ਦੁਆਰਾ। Q/T ਇਹਦਾ ਮਤਲਬ Q ਦਾ ਮਤਲਬ ਕਿ ਕਿੰਨੀ ਅਮਾਊਂਟ ਆਫ ਹੀਟ ਅਬਜ਼ੋਰਬ ਹੋਈ ਹੈ ਇੱਕ ਪਰਟੀਕੂਲਰ ਟੈਂਪਰੇਚਰ T 'ਤੇ, ਜੋ ਕਿਸ ਦੇ ਇਕੁਅਲ ਹੈ ਮੈਂ ਹੁਣੇ ਦੱਸਿਆ ਸੀ ਚੇਂਜ ਇਨ ਇੰਟਰੋਪੀ ਦੇ, ਜੋ ਕੀ ਲੈ ਰੱਖੇ ਆਪਾਂ ਨੇ ਲਿਆ ਹੋਇਆ ਕੌਨਸਟੈਂਟ। ਮੀਨਸ ਆਹ ਫਾਰਮੂਲਾ ਹੁੰਦਾ। ਦੇਖੋ ਹੁਣ ਆਪਾਂ ਹੀਟ ਨੂੰ ਕਿਸ ਦੇ ਵਿੱਚ ਮੇਅਰ ਕਰਦੇ ਹਾਂ? ਹੀਟ ਨੂੰ ਆਪਾਂ ਮੇਅਰ ਕਰਦੇ ਹਾਂ ਜ਼ੂਲ ਦੇ ਵਿੱਚ। ਟੈਂਪਰੇਚਰ ਦੀ SI ਯੂਨਿਟ ਕੈਲਵਿਨ, ਤਾਂ ਇਸ ਦੀ ਯੂਨਿਟ ਕੀ ਬਣ ਗਈ ਜੂਲ ਪਰ ਕੈਲਵਿਨ। ਜੂਲ ਪਰ ਕੈਲਵਿਨ ਕੀ ਬਣ ਗਈ ਯੂਨਿਟ ਆਫ ਇੰਟਰੋਪੀ। ਅਗਰ ਐਡੀਆਬੈਟਿਕ ਦੀ ਗੱਲ ਕਰੀਏ, ਐਡੀਆਬੈਟਿਕ ਦਾ ਮਤਲਬ ਕੀ ਹੈ? ਨਾ ਤਾਂ ਹੀਟ ਐਂਟਰ ਹੋਏਗੀ ਨਾ ਹੀਟ ਕੀ ਹੋਏਗੀ ਰਿਲੀਜ਼ ਹੋਏਗੀ। ਇਸ ਦਾ ਮਤਲਬ ਚੇਂਜ ਇਨ ਜੋ ਹੀਟ ਅਬਜ਼ੋਰਬ ਹੋ ਰਹੀ ਹੈ ਸਿਸਟਮ ਦੇ ਵਿੱਚ ਉਹ ਕੀ ਹੋਗੀ 0। ਅਗਰ ਆਪਣੇ ਕੋਲ ਹੀਟ 0 ਹੋਗੀ ਇਸ ਦਾ ਮਤਲਬ ਇੰਟਰੋਪੀ ਕੀ ਹੋਗੀ 0। ਇਟ ਮੀਨਸ ਇੰਟਰੋਪੀ ਆਪਣੀ ਕੀ ਹੋ ਜਾਏਗੀ ਕੌਨਸਟੈਂਟ। ਮੀਨਸ ਅਗਰ ਇੰਟਰੋਪੀ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ ਤਾਂ ਸਿਸਟਮ ਮਤਲਬ ਕੀ ਹੈ ਐਡੀਆਬੈਟਿਕ ਚੇਂਜ ਹੋ ਰਿਹਾ, ਸਿਸਟਮ ਕੀ ਹੈ ਐਡੀਆਬੈਟਿਕ ਹੋ ਜਾਏਗਾ ਅਗਰ ਤੁਹਾਡੀ ਇੰਟਰੋਪੀ ਕੀ ਹੈ ਤੁਹਾਡੀ ਕੌਨਸਟੈਂਟ ਹੈ। ਕਲੀਅਰ? ਆਈ ਹੋਪ ਤੁਹਾਨੂੰ ਸਮਝ ਆ ਚੁੱਕੀ ਇੰਟਰੋਪੀ ਟਰਮ। ਨੈਕਸਟ ਆਪਾਂ ਗੱਲ ਕਰਾਂਗੇ ਰਿਵਰਸੀਬਲ ਪ੍ਰੋਸੈਸ ਦੀ। ਨੈਕਸਟ ਆਪਣੇ ਕੋਲ ਟਰਮ ਹੈ ਉਹ ਹੈ ਰਿਵਰਸੀਬਲ ਪ੍ਰੋਸੈਸ। ਦੇਖੋ ਰਿਵਰਸੀਬਲ ਨੇਮ ਤੋਂ ਹੀ ਕਲੀਅਰ ਹੈ ਜੋ ਚੀਜ਼ ਦੁਬਾਰਾ ਰਿਪੀਟ ਹੋਵੇ, ਕਨਵਰਟ ਹੋਵੇ, ਰਿਟਰਨ ਕਰੇ ਇਨੀਸ਼ੀਅਲ ਸਟੇਟ 'ਚ। ਹਾਂਜੀ, ਤਾਂ ਇਹਦਾ ਮਤਲਬ ਕੀ ਹੈ? ਕੋਈ ਵੀ ਚੀਜ਼ ਜਦੋਂ ਰਿਟਰਨ ਕਰ ਜਾਂਦੀ ਹੈ ਇਨੀਸ਼ੀਅਲ ਸਿਸਟਮ 'ਤੇ ਵਿਦਾਊਟ ਐਨੀ ਚੇਂਜ ਇਨ ਸਿਸਟਮ ਔਰ ਸਰਾਊਂਡਿੰਗ, ਮੀਨਸ ਸਿਸਟਮ ਅਤੇ ਸਰਾਊਂਡਿੰਗ ਦੇ ਵਿੱਚ ਬਿਨਾਂ ਚੇਂਜ ਆਏ ਜਦੋਂ ਵਾਪਿਸ ਇਨੀਸ਼ੀਅਲ ਸਟੇਟ ਦੇ ਵਿੱਚ ਆ ਜਾਂਦੀ ਹੈ, ਮੀਨਸ ਜਿੱਥੋਂ ਸਟਾਰਟ ਹੋਈ ਸੀ, ਮੰਨ ਲਓ A ਤੋਂ ਸਟਾਰਟ ਹੋਈ ਸੀ
ਤੇ ਕੋਈ ਪ੍ਰੋਸੈਸ ਕਰਕੇ ਬੀ ਤੱਕ ਪਹੁੰਚ ਗਈ ਔਰ ਦੁਬਾਰਾ ਜਦੋਂ ਏ 'ਤੇ ਪਹੁੰਚ ਜਾਂਦੀ ਹੈ ਤਾਂ ਉਸ ਨੂੰ ਕੀ ਬੋਲਦੇ ਆ, ਰਿਵਰਸੀਬਲ ਪ੍ਰੋਸੈਸ ਹੈ। ਦੇਖੋ ਇਹ ਸਾਈਕਲਿਕ ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ, ਕੁਆਸੀ ਸਟੈਟਿਕਲੀ ਵੀ ਹੋ ਸਕਦਾ। ਤਾਂ ਮਤਲਬ ਇਹ ਜੋ ਸਿਸਟਮ ਹੁੰਦਾ ਕਿਸ ਦੇ ਵਿੱਚ ਰਹਿੰਦਾ ਹੈ, ਇਕੁਇਲਿਬਰੀਅਮ ਦੇ ਵਿੱਚ ਰਹਿੰਦਾ। ਇਹਦੇ ਵਿੱਚ ਸਿਸਟਮ ਚੇਂਜ ਨਹੀਂ ਹੋਏਗਾ, ਨਾ ਹੀ ਸਰਾਊਂਡਿੰਗ ਚੇਂਜ ਹੋਏਗੀ, ਬਟ ਜੋ ਪ੍ਰੋਸੈਸ ਹੈ ਦੁਬਾਰਾ ਕਿੱਥੇ ਪਹੁੰਚ ਰਿਹਾ, ਇਨੀਸ਼ੀਅਲ ਸਟੇਟ ਦੇ ਵਿੱਚ ਪਹੁੰਚ ਰਿਹਾ, ਤਾਂ ਇਸ ਨੂੰ ਆਪਾਂ ਕੀ ਬੋਲਾਂਗੇ, ਰਿਵਰਸੀਬਲ ਪ੍ਰੋਸੈਸ ਬੋਲਾਂਗੇ। ਕਲੀਅਰ। ਨੈਕਸਟ ਕੀ ਹੈ ਤੁਹਾਡਾ, ਇਰੀਵਰਸੀਬਲ। ਇਰੀਵਰਸੀਬਲ ਦੇਖੋ ਇੱਕ ਉੱਪਰ ਰਹਿ ਗਿਆ, ਨੋ ਨੈਚੁਰਲ ਪ੍ਰੋਸੈਸ ਸਟ੍ਰਿਕਟਲੀ ਰਿਵਰਸੀਬਲ। ਜਿੰਨੇ ਵੀ ਨੈਚੁਰਲ ਪ੍ਰੋਸੈਸ ਹੈ ਉਹ ਸਟ੍ਰਿਕਟਲੀ ਮੀਨਸ ਪੱਕੇ ਤੌਰ 'ਤੇ ਉਹੀ ਰਿਵਰਸੀਬਲ ਨਹੀਂ ਹੋਣਗੇ। ਕਲੀਅਰ। ਵੀ ਜਿੱਦਾਂ ਹੈ ਉੱਦਾਂ ਰਿਵਰਸ ਹੋ ਜਾਣ, ਨਹੀਂ ਸਟ੍ਰਿਕਟਲੀ ਨਹੀਂ ਹੁੰਦੇ ਰਿਵਰਸੀਬਲ, ਬਟ ਵੈਸੇ ਰਿਵਰਸੀਬਲ ਹੋ ਸਕਦੇ ਹੈ। ਨੈਕਸਟ ਆਪਾਂ ਗੱਲ ਕਰਾਂਗੇ ਇਰੀਵਰਸੀਬਲ। ਦੇਖੋ ਇਰੀਵਰਸੀਬਲ ਦਾ ਮਤਲਬ ਕਿ ਸਿਸਟਮ ਨਾਟ ਇਨ ਥਰਮੋਡਾਇਨਾਮਿਕਸ ਇਕੁਇਲਿਬਰੀਅਮ ਵਿਦ ਸਰਾਊਂਡਿੰਗ, ਜੋ ਸਰਾਊਂਡਿੰਗ ਦੇ ਨਾਲ ਇਕੁਇਲਿਬਰੀਅਮ ਦੇ ਵਿੱਚ ਨਹੀਂ ਹੈਗੇ, ਮੀਨਸ ਇਨੀਸ਼ੀਅਲ ਪੁਆਇੰਟ 'ਤੇ ਨਹੀਂ ਪਹੁੰਚਣਗੇ, ਮੀਨਸ ਸਿਰਫ ਰਿਜ਼ਲਟ ਬੀ 'ਤੇ ਰਹਿਣਗੇ, ਤਾਂ ਉਹਨਾਂ ਨੂੰ ਕੀ ਬੋਲਦੇ ਆ, ਇਰੀਵਰਸੀਬਲ ਪ੍ਰੋਸੈਸ ਬੋਲਦੇ ਆ। ਇਹ ਮੇਨਲੀ ਇਹਨਾਂ ਤਿੰਨਾਂ ਦੇ ਵਿੱਚੋਂ, ਤਿੰਨ ਇਕੁਇਲਿਬਰੀਅਮ ਦੇ ਵਿੱਚੋਂ ਅਗਰ ਇੱਕ ਤੋਂ ਜ਼ਿਆਦਾ ਐਬਸੈਂਟ ਹੈ ਤਾਂ ਉਹ ਕੀ ਹੋ ਜਾਏਗਾ, ਇਰੀਵਰਸੀਬਲ ਪ੍ਰੋਸੈਸ ਹੋ ਜਾਏਗਾ। ਜਦੋਂ ਮੈंने ਤੁਹਾਨੂੰ ਚੈਪਟਰ ਦੀ ਸਟਾਰਟਿੰਗ ਕਰਵਾਈ ਸੀ ਤਾਂ ਇਹਨਾਂ ਤਿੰਨਾਂ ਬਾਰੇ ਤੁਹਾਨੂੰ ਡਿਸਕਸ ਕੀਤਾ ਸੀ। ਦੇਖੋ ਕਿਹੜੇ ਕਿਹੜੇ ਆ, ਮਕੈਨੀਕਲ ਇਕੁਇਲਿਬਰੀਅਮ, ਕੈਮੀਕਲ ਇਕੁਇਲਿਬਰੀਅਮ ਐਂਡ ਥਰਮਲ ਇਕੁਇਲਿਬਰੀਅਮ। ਦੇਖੋ ਇਹਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਮਕੈਨੀਕਲ ਦੇ ਵਿੱਚ ਕੀ ਸੀਗਾ, ਮਕੈਨੀਕਲ ਦੇ ਵਿੱਚ ਕੀ ਸੀਗਾ, ਜਦੋਂ ਅਨਬੈਲੈਂਸ ਫੋਰਸਿਸ ਕੀ ਹੋਣਗੀਆਂ, ਪ੍ਰੈਜ਼ੈਂਸ ਹੋਣਗੀਆਂ, ਮੀਨਸ ਪ੍ਰੈਜ਼ੈਂਸ ਆਫ ਅਨਬੈਲੈਂਸ ਫੋਰਸਿਸ, ਅਨਬੈਲੈਂਸ ਫੋਰਸਿਸ ਕੀ ਹੋਣਗੀਆਂ, ਪ੍ਰੈਜ਼ੈਂਟ ਹੋਣਗੀਆਂ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਮਕੈਨੀਕਲ ਬੋਲਦੇ ਹਾਂ। ਨੈਕਸਟ ਕੀ ਹੈ, ਕੈਮੀਕਲ। ਕੈਮੀਕਲ ਦੇ ਵਿੱਚ ਕੀ ਸੀਗਾ, ਜਿਸ ਦੇ ਵਿੱਚ ਕੀ ਹੁੰਦਾ ਸੀ, ਐਕਸਚੇਂਜ ਹੁੰਦਾ ਸੀ ਮੈਟਰ। ਮੈਟਰ ਦਾ ਜਦੋਂ ਐਕਸਚੇਂਜ ਹੁੰਦਾ ਸੀ ਉਸ ਨੂੰ ਕੀ ਬੋਲਦੇ ਸੀ ਆਪਾਂ, ਕੈਮੀਕਲ ਥਰਮੋਡਾਇਨਾਮਿਕਸ ਬੋਲਦੇ ਸੀ। ਜਦੋਂ ਸਿਸਟਮ ਟੂ ਸਰਾਊਂਡਿੰਗ ਜਾਂਦੇ ਹੋਏ ਮੈਟਰ ਦੀ ਕਨਵਰਜ਼ਨ ਹੁੰਦੀ ਸੀ ਤਾਂ ਉਸਨੂੰ ਕੈਮੀਕਲ ਹੀ ਬੋਲਿਆ ਜਾਂਦਾ ਸੀ। ਨੈਕਸਟ ਕੀ ਹੈ ਆਪਣੇ ਕੋਲ, ਥਰਮਲ ਸੀ। ਥਰਡ ਵਨ ਕੀ ਹੈ ਆਪਣੇ ਕੋਲ, ਥਰਮਲ। ਥਰਮਲ ਦਾ ਮਤਲਬ ਕੀ ਸੀ, ਜਦੋਂ ਅਲੱਗ-ਅਲੱਗ ਡਿਫਰੈਂਟ ਟੈਂਪਰੇਚਰਸ ਲਵਾਂਗੇ ਆਪਾਂ, ਡਿਫਰੈਂਟ ਆਪਣੇ ਕੋਲ ਕੀ ਹੋਣਗੇ, ਟੈਂਪਰੇਚਰਸ ਹੋਣਗੇ, ਅਲੱਗ-ਅਲੱਗ ਟੈਂਪਰੇਚਰਸ ਟੂ ਜਦੋਂ ਸਿਸਟਮ ਕਿਸ ਦੇ ਵਿੱਚ ਕਨਵਰਟ ਹੋ ਜਾਏਗਾ, ਸਰਾਊਂਡਿੰਗ ਦੇ ਵਿੱਚ ਕਨਵਰਟ ਹੋ ਜਾਏਗਾ, ਉਸ ਨੂੰ ਵੀ ਆਪਾਂ ਇਰੀਵਰਸੀਬਲ ਦੇ ਵਿੱਚ ਕੀ ਕਰਾਂਗੇ, ਕਾਊਂਟ ਕਰਾਂਗੇ। ਕਿਉਂਕਿ ਚੇਂਜ ਹੋ ਰਿਹਾ ਨਾ ਸਿਸਟਮ ਟੂ ਸਰਾਊਂਡਿੰਗ, ਔਰ ਇੱਦਾਂ ਤਾਂ ਹੈ ਨਹੀਂ ਸਰਾਊਂਡਿੰਗ ਜੋ ਕਨਵਰਜ਼ਨ ਹੋਈ ਹੈ ਦੁਬਾਰਾ ਸਿਸਟਮ 'ਤੇ ਪਹੁੰਚ ਜੇ, ਟੈਂਪਰੇਚਰ ਕੀ ਨੇ, ਅਲੱਗ-ਅਲੱਗ ਨੇ, ਇਸ ਲਈ ਇਸ ਨੂੰ ਕੀ ਕਿਹਾ ਜਾਂਦਾ, ਥਰਮਲ। ਇਹ ਤਿੰਨ ਤਰ੍ਹਾਂ ਦੀ ਇੰਟਰੈਕਸ਼ਨਸ ਨੇ, ਤਿੰਨ ਤਰ੍ਹਾਂ ਦੇ ਇਕੁਇਲਿਬਰੀਅਮ ਨੇ। ਜਦੋਂ ਇਹਨਾਂ ਤਿੰਨ ਤਰ੍ਹਾਂ ਦੇ ਇਕੁਇਲਿਬਰੀਅਮ ਦੇ ਵਿੱਚੋਂ ਇੱਕ ਵੀ ਚੀਜ਼ ਕੀ ਹੋ ਜਾਂਦੀ ਹੈ, ਐਬਸੈਂਸ ਹੋ ਜਾਂਦੀ ਹੈ, ਤਾਂ ਉਸ ਨੂੰ ਆਪਾਂ ਕੀ ਪ੍ਰੋਸੈਸ ਬੋਲਦੇ ਹਾਂ, ਇਰੀਵਰਸੀਬਲ ਪ੍ਰੋਸੈਸ ਬੋਲਦੇ ਹਾਂ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ, ਦੇਖੋ ਨੈਕਸਟ ਕੀ ਹੈ, ਚੇਂਜ ਇਨ ਇੰਟਰੋਪੀ। ਇੰਟਰੋਪੀ ਕੀ ਸੀ ਤੁਹਾਡੇ ਕੋਲ, ਇੰਟਰੋਪੀ ਕੀ ਸੀ ਆਪਣੇ ਕੋਲ, ਚੇਂਜ ਇਨ ਹੀਟ, ਜੋ ਹੀਟ ਅਬਜ਼ੋਰਬ ਹੋਈ ਹੈ ਵਿਦ ਰਿਸਪੈਕਟ ਟੂ ਟਾਈਮ, ਐਬਸੋਲਿਊਟ ਟੈਂਪਰੇਚਰ ਦੇ ਇਕੁਅਲ। ਤਾਂ ਯੂਨੀਵਰਸਲ ਜੋ ਇੰਟਰੋਪੀ ਹੋਏਗੀ ਉਹ ਕਿਹਦੇ ਇਕੁਅਲ ਹੋਏਗੀ, ਸਿਸਟਮ ਦੀ ਇੰਟਰੋਪੀ ਪਲੱਸ ਸਰਾਊਂਡਿੰਗ ਦੀ, ਜੋ ਆਪਣਾ ਸਰਾਊਂਡਿੰਗ ਹੈ। ਯੂਨੀਵਰਸਲ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਕੀ ਹੁੰਦਾ, ਜਦੋਂ ਆਪਾਂ ਸਿਸਟਮ ਅਤੇ ਸਰਾਊਂਡਿੰਗ ਨੂੰ ਐਡ ਕਰ ਦਿੰਦੇ ਹਾਂ, ਸਮ ਅਪ ਕਰ ਦਿੰਦੇ ਹਾਂ, ਤਾਂ ਆਪਣੇ ਕੋਲ ਕੀ ਬਣ ਜਾਂਦਾ, ਚੇਂਜ ਇਨ ਇੰਟਰੋਪੀ ਯੂਨੀਵਰਸਲ। ਨੈਕਸਟ ਕੀ ਹੈ, ਰਿਵਰਸੀਬਲ ਆਈਸੋਥਰਮਲ। ਰਿਵਰਸੀਬਲ ਆਈਸੋਥਰਮਲ ਦੀ ਅਗਰ ਮੈਂ ਗੱਲ ਕਰਾਂ, ਦੇਖੋ ਇਹ ਅਲੱਗ-ਅਲੱਗ ਨੇ। ਹੁਣ ਇਹਦੇ ਵਿੱਚ ਕੀ ਹੈ, ਸਿਸਟਮ ਦੀ ਆਪਾਂ ਨੇ ਇੰਟਰੋਪੀ ਲਈ, ਇੰਟਰੋਪੀ ਸਿਸਟਮ ਦੀ ਕੀ ਹੈ, ਚੇਂਜ ਇਨ ਹੀਟ, ਜੋ ਹੀਟ ਅਬਜ਼ੋਰਬ ਹੋਈ ਹੈ ਵਿਦ ਰਿਸਪੈਕਟ ਟੂ ਟੈਂਪਰੇਚਰ, ਐਬਸੋਲਿਊਟ ਟੈਂਪਰੇਚਰ, ਤਾਂ ਇਹ ਕੀ ਆਊਗੀ, ਪੋਜ਼ੀਟਿਵ ਆ ਗਈ। ਬਟ ਜੋ ਸਰਾਊਂਡਿੰਗ ਵਾਲੀ ਹੈ ਇਸ ਦੇ ਵਿੱਚ ਕੀ ਹੈ, ਡਿਕਰੀਜ਼ ਹੋਗੀ ਆਪਣੇ ਕੋਲ ਇੰਟਰੋਪੀ। ਤਾਂ ਰਿਵਰਸੀਬਲ ਦਾ ਮਤਲਬ ਕੀ ਸੀਗਾ ਆਪਣੇ ਕੋਲ, ਜਦੋਂ ਆਪਾਂ ਇਨੀਸ਼ੀਅਲ ਸਟੇਟ 'ਤੇ ਵਾਪਿਸ ਪਹੁੰਚਦੇ ਹਾਂ ਸਿਸਟਮ ਅਤੇ ਸਰਾਊਂਡਿੰਗ ਨੂੰ ਚੇਂਜ ਕੀਤੇ ਬਿਨਾਂ, ਤਾਂ ਇਹਦੇ ਵਿੱਚ ਕੀ ਹੋ ਜਾਂਦੀ ਹੈ, ਇੰਟਰੋਪੀ ਕੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਜਦੋਂ ਇਹਨਾਂ ਦਾ ਸਮ ਅਪ ਕਰਾਂਗੇ ਸਿਸਟਮ ਅਤੇ ਸਰਾਊਂਡਿੰਗ ਦਾ ਯੂਨੀਵਰਸਲ ਕਰਨ ਦੇ ਲਈ, ਉਹ ਆਪਣੇ ਕੋਲ ਕੀ ਆ ਜਾਏਗਾ, 0 ਆ ਜਾਏਗਾ। ਤਾਂ ਜੋ ਹੁਣ ਦੇਖੋ ਸੈਕਿੰਡ ਇਸ ਤੋਂ ਬਾਅਦ ਕੀ ਹੈ, ਰਿਵਰਸੀਬਲ ਐਡੀਆਬੈਟਿਕ। ਇਹਦਾ ਮਤਲਬ ਕੀ ਸੀ, ਕੋਈ ਵੀ ਹੀਟ ਨਾ ਤਾਂ ਬਾਹਰ ਜਾ ਸਕਦੀ ਹੈ, ਮਤਲਬ ਨਾ ਤਾਂ ਮੈਟਰ ਚੇਂਜ ਹੋ ਰਿਹਾ, ਨਾ ਐਨਰਜੀ ਚੇਂਜ ਹੋ ਰਹੀ ਹੈ। ਐਡੀਆਬੈਟਿਕ ਇਹੀ ਸੀ ਨਾ, ਜਦੋਂ ਥਰਮਲ ਮੈंने ਇੱਕ ਫਲਾਸਕ ਦੀ ਐਗਜ਼ਾਮਪਲ ਲਈ ਸੀ, ਤਾਂ ਇਸ ਦੇ ਵਿੱਚ ਕੀ ਆ ਜਾਏਗੀ, ਯੂਨੀਵਰਸਲ ਜੋ ਇੰਟਰੋਪੀ ਆ ਉਹ ਵੀ ਕੀ ਆ ਜਾਏਗੀ, 0 ਆ ਜਾਏਗੀ। ਕਲੀਅਰ। ਨੈਕਸਟ ਆਪਣੇ ਕੋਲ ਕੀ ਹੈ, ਰਿਵਰਸੀਬਲ ਸਾਈਕਲਿਕ ਪ੍ਰੋਸੈਸ। ਦੇਖੋ ਸਾਈਕਲਿਕ ਪ੍ਰੋਸੈਸ ਦਾ ਮਤਲਬ ਕੀ ਹੈ, ਇਹ ਦੋ ਆਈਸੋਥਰਮਲ
2 ਆਈਸੋਥਰਮਲ ਐਂਡ 2 ਐਡੀਆਬੈਟਿਕ ਨੂੰ ਮਿਲਾ ਕੇ ਬਣਦਾ। ਕਲੀਅਰ। ਇਸ ਦੇ ਵਿੱਚ ਵੀ ਜੋ ਆਪਣੀ ਇੰਟਰੋਪੀ ਹੁੰਦੀ ਹੈ ਉਹ ਕੌਨਸਟੈਂਟ ਹੁੰਦੀ ਹੈ, ਕਿਉਂਕਿ ਯੂਨੀਵਰਸਲ ਜੋ ਅਗਰ ਆਪਾਂ ਗੱਲ ਕਰੀਏ ਯੂਨੀਵਰਸਲ ਆਪਣੀ ਜੋ ਇੰਟਰੋਪੀ ਹੈ ਉਸ ਦੀ ਵੈਲਿਊ ਕਿੰਨੀ ਆ ਜਾਂਦੀ ਹੈ ਆਪਣੇ ਕੋਲ 0 ਆ ਜਾਂਦੀ ਹੈ। ਕਲੀਅਰ। ਇਸ ਦੇ ਨਾਲ ਇਹ ਕੀ ਹੋ ਜਾਂਦੇ ਨੇ, ਇਹ ਮੈਂ ਤੁਹਾਨੂੰ ਡਾਇਰੈਕਟ ਵੇ ਦੇ ਵਿੱਚ ਕਰਵਾ ਰਹੀ ਹਾਂ, ਇਸ ਤੋਂ ਜ਼ਿਆਦਾ ਡੀਪ ਜਾਣ ਦੀ ਜ਼ਰੂਰਤ ਨਹੀਂ ਹੈ। ਇੱਥੋਂ ਹੀ ਤੁਹਾਡੇ ਡਾਇਰੈਕਟ ਕੀ ਬਣ ਜਾਣਗੇ, ਕੁਐਸਚਨਸ ਬਣ ਜਾਣੇ ਆ। ਨੈਕਸਟ ਆਪਾਂ ਗੱਲ ਕਰਾਂਗੇ ਥਰਡ ਲਾ ਆਫ ਥਰਮੋਡਾਇਨਾਮਿਕਸ। ਦੇਖੋ ਥਰਡ ਲਾ ਕੀ ਕਹਿੰਦਾ ਥਰਮੋਡਾਇਨਾਮਿਕਸ ਦਾ, ਥਰਡ ਲਾ ਕਹਿੰਦੇ ਆ ਜਦੋਂ ਟੈਂਪਰੇਚਰ ਸਿਸਟਮ ਦਾ 0 ਨੂੰ ਅਪਰੋਚ ਕਰ ਜੇ, ਐਬਸਲਿਊਟ 0 ਨੂੰ, ਤਾਂ ਉਸਦੀ ਜੋ ਇੰਟਰੋਪੀ ਆ ਉਹ ਕੌਨਸਟੈਂਟ ਹੋ ਜਾਂਦੀ ਹੈ, ਕਿਉਂਕਿ ਜੋ ਚੇਂਜ ਹੈ ਇੰਟਰੋਪੀ ਦੇ ਵਿੱਚ ਉਹ ਕੀ ਹੋ ਜਾਂਦਾ, 0 ਹੋ ਜਾਂਦਾ ਹੈ। ਮੀਨਸ ਚੇਂਜ ਇਨ ਇੰਟਰੋਪੀ ਅਗਰ 0 ਹੋ ਜਾਂਦੀ ਹੈ ਤਾਂ ਇੰਟਰੋਪੀ ਇਕੱਲੀ ਇੰਟਰੋਪੀ ਕਿਸ ਦੇ ਇਕੁਅਲ ਹੋ ਜਾਏਗੀ, ਕੌਨਸਟੈਂਟ ਵੈਲਿਊ ਦੇ ਇਕੁਅਲ ਹੋ ਜਾਏਗੀ। ਹੁਣ ਇੰਟਰੋਪੀ 0 ਕਦੋਂ ਹੋਏਗੀ, ਜਦੋਂ ਆਪਣਾ ਟੈਂਪਰੇਚਰ ਕੀ ਹੋ ਜਾਏਗਾ, 0 ਹੋ ਜਾਏਗਾ। 0 ਨੂੰ ਕੀ ਕਰੇਗਾ, ਅਪਰੋਚ ਕਰੇਗਾ। ਐਂਟਰੋਪੀ ਦਾ ਫਾਰਮੂਲਾ ਹੁੰਦਾ S ਇਜ਼ ਇਕੁਅਲ ਟੂ K log W ਵਰਕ ਡਨ। ਤਾਂ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਟੈਂਪਰੇਚਰ ਦੇ ਨਾਲ, ਅਗਰ 0 ਵਰਕ ਡਨ ਹੋ ਰਿਹਾ ਤਾਂ ਇਸ ਦਾ ਮਤਲਬ ਟੈਂਪਰੇਚਰ ਵੀ ਕੀ ਹੋ ਜੂਗੀ 0, ਵਰਕ ਡਨ ਵੀ ਕੀ ਹੋ ਗਿਆ 0 ਹੋ ਗਈ ਵੈਲਿਊ। ਤਾਂ ਇਸ ਦਾ ਮਤਲਬ ਆਪਣੇ ਕੋਲ ਇੰਟਰੋਪੀ ਕੀ ਹੋਗੀ 0। ਚੇਂਜ ਇਨ ਇੰਟਰੋਪੀ, ਇੰਟਰੋਪੀ ਅਗਰ 0 ਕੈਲਵਿਨ ਤੇ ਇੰਟਰੋਪੀ ਐਟ 0 ਕੈਲਵਿਨ ਕੀ ਹੋਗੀ 0 ਹੋ ਜਾਏਗੀ। ਤਾਂ ਇਹਨੂੰ ਇਸਨੂੰ ਆਪਾਂ ਕੀ ਕਹਿੰਦੇ ਆ, ਥਰਡ ਲਾ ਕਹਿ ਦਿੰਦੇ ਆ। ਦੇਖੋ ਇੰਟਰੋਪੀ ਇਨੀਸ਼ੀਅਲ ਤੇ ਫਾਈਨਲ ਪੁਆਇੰਟ ਤੇ, ਇਨੀਸ਼ੀਅਲ ਐਂਡ ਫਾਈਨਲ ਪੁਆਇੰਟ ਤੇ ਜੋ ਆਪਣੀ ਇੰਟਰੋਪੀ ਹੈ ਉਹ ਕੀ ਰਹੇਗੀ, ਸੇਮ ਰਹੇਗੀ, ਉਸ ਦੇ ਵਿੱਚ ਚੇਂਜ ਨਹੀਂ ਆਏਗਾ। ਕਲੀਅਰ। ਇਹ ਤੁਹਾਡਾ ਥਰਡ ਲਾ ਸੀ ਕਿਸ ਦਾ, ਥਰਮੋਡਾਇਨਾਮਿਕਸ ਦਾ, ਜੋ ਕਿ ਸੀ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ। ਸਾਰੇ ਲਾ ਤੁਹਾਡੇ ਸਿਲੇਬਸ ਦੇ ਵਿੱਚ ਗਏ ਹੋਏ ਆ। ਨੈਕਸਟ ਦੇਖੋ, ਨੈਕਸਟ ਕੀ ਹੈ, ਦੇਖੋ ਅਗਰ ਗੱਲ ਕਰੀਏ ਚੇਂਜ ਇਨ ਹੀਟ ਦੀ, ਅਗਰ ਚੇਂਜ ਇਨ ਇੰਟਰੋਪੀ ਦੀ ਵੈਲਿਊ ਗ੍ਰੇਟਰ ਹੈ ਕਿਸ ਤੋਂ, ਚੇਂਜ ਇਨ ਹੀਟ ਐਬਸਲਿਊਟ ਟੈਂਪਰੇਚਰ ਦੇ ਵਿਦ ਰਿਸਪੈਕਟ ਟੂ, ਤਾਂ ਇਸ ਨੂੰ ਟੀ ਨੂੰ ਇੱਧਰ ਲੈ ਜਾ ਸਕਦੇ ਹਾਂ, ਇੱਧਰ ਆ ਗਿਆ ਡੀ ਕਿਉ। ਮੀਨਸ ਇਸ ਦੇ ਵਿੱਚ ਕੀ ਸੀਗਾ, ਥਰਡ ਲਾ ਦੇ ਅਕੋਰਡਿੰਗ ਅਗਰ ਆਪਾਂ ਦੇਖੀਏ ਤਾਂ ਇੰਟਰੋਪੀ ਦੀ ਵੈਲਿਊਜ਼ ਨੇ, ਇੰਟਰੋਪੀ ਦੀ ਵੈਲਿਊ ਲੈ ਕੇ ਚੱਲਿਆ ਤਾਂ ਇੱਥੋਂ ਕੀ ਬਣ ਜਾਏਗਾ, ਮੈਂ ਇਸ ਇੱਕ ਸਾਈਡ ਲੈ ਕੇ ਜਾ ਸਕਦੀ ਹਾਂ, ਮਾਈਨਸ ਚੱਲ ਜੋ ਅਗਰ ਇੱਧਰ ਪੋਜ਼ੀਟਿਵ ਹੈ ਤਾਂ ਇਸ ਦੀ ਵੈਲਿਊ ਕੀ ਆ ਜੂਗੀ, ਲੈਸ ਦੈਨ ਹੋ ਜੂ 0। ਜਦੋਂ ਕਿਸੇ ਚੀਜ਼ ਤੋਂ ਸਬਟਰੈਕਟ ਕਰਦੇ ਆ ਤਾਂ ਜੋ ਇਹ ਐਰੋ ਹੁੰਦਾ, ਜੋ ਇਕੁਐਲਿਟੀ ਦਾ ਸਾਈਨ ਹੁੰਦਾ ਕੀ ਹੋ ਜਾਂਦਾ, ਚੇਂਜ ਹੋ ਜਾਂਦਾ। ਤਾਂ ਫਸਟ ਲਾ ਆਪਾਂ ਨੂੰ ਕੀ ਕਹਿੰਦਾ, ਅਕੋਰਡਿੰਗ ਟੂ ਫਸਟ ਲਾ ਕਰਲੀ ਕਿਉ ਮੀਨਸ ਜੋ ਹੀਟ ਅਬਜ਼ੋਰਬ ਹੋ ਰਹੀ ਹੈ ਉਹ ਕਿਸ ਦੇ ਇਕੁਅਲ ਹੈ, ਡੀ ਯੂ ਇੰਟਰਨਲ ਐਨਰਜੀ ਪਲੱਸ ਪੀ ਡੀ ਵੀ, ਇਸ ਦੇ ਇਕੁਅਲ ਸੀ ਫਸਟ ਲਾ ਸੀ ਥਰਮੋਡਾਇਨਾਮਿਕਸ ਦਾ। ਤਾਂ ਹੁਣ ਇਹਦੇ ਵਿੱਚ ਆਪਾਂ ਡੀ ਕਿਊ ਦੀ ਵੈਲਿਊ ਪੁੱਟ ਕਰ ਸਕਦੇ ਹਾਂ, ਜੋ ਆਪਾਂ ਨੇ ਹੁਣੇ ਨਿਕਾਲੀ ਹੈ। ਕੀ ਹੈ ਆਪਣੇ ਕੋਲ ਡੀ ਯੂ, ਆਪਾਂ ਇਹਦੇ ਵਿੱਚ ਕੀ ਹੈ ਕਰਲੀ ਕਿਊ ਦੀ ਆਪਾਂ ਵੈਲਿਊ ਪੁੱਟ ਕਰ ਸਕਦੇ ਹਾਂ। ਕੀ ਆਪਣੇ ਕੋਲ ਟੀ ਡੀ ਐਸ ਕੀ ਆ ਜਾਏਗਾ ਡੀ ਯੂ ਪਲੱਸ ਪੀ ਡੀ ਵੀ, ਇਹ ਉੱਧਰ ਜਾ ਕੇ ਮਾਈਨਸ ਦਾ ਚੱਲ ਜੋ ਪੋਜ਼ੀਟਿਵ ਹੈ, ਮਾਈਨਸ ਟੀ ਡੀ ਐਸ ਕਿਤੇ ਲੈਸ ਦੈਨ ਇਕੁਅਲ ਟੂ ਕੀ ਆ ਜਾਏਗਾ ਆਪਣੇ ਕੋਲ 0 ਦੀ ਵੈਲਿਊ ਆ ਜਾਏਗੀ। ਹੁਣ ਇਹਦੇ ਵਿੱਚੋਂ ਡੈਰੀਵੇਟਿਵ ਅਗਰ ਮੈਂ ਕਾਮਨ ਕਰ ਲਾ ਤਾਂ ਇਹਦੀ ਵੈਲਿਊ ਕੀ ਬਣ ਜੂਗੀ, ਯੂ ਪੀ ਵੀ ਮਾਈਨਸ ਟੀ ਐਸ, ਇੱਦਾਂ ਬਣ ਜਾਏਗੀ, ਲੈਸ ਦੈਨ ਇਕੁਅਲ ਟੂ 0। ਇਹ ਆਪਣੇ ਕੋਲ ਕਿਸ ਦੇ ਇਕੁਅਲ ਹੁੰਦੀ ਹੈ, ਇਹ ਆਪਣੇ ਕੋਲ ਗਿਬਸ ਫੰਕਸ਼ਨ ਦੇ ਇਕੁਅਲ ਹੁੰਦੀ ਹੈ, ਡੀ ਜੀ ਦੇ, ਜਿਸ ਦੀ ਵੈਲਿਊ ਕਿੰਨੀ ਆ ਗਈ, ਲੈਸ ਦੈਨ ਇਕੁਅਲ ਟੂ 0। ਠੀਕ ਹੈ ਜੀ, ਇਹੀ ਮੈंने ਸੋਲਵ ਕਰਕੇ ਤੁਹਾਨੂੰ ਦਿਖਾਇਆ ਹੋਇਆ। ਆ ਰਹੀ ਤੁਹਾਡੇ ਕੋਲ ਗਿਬਸ ਫੰਕਸ਼ਨ ਡੀ ਜੀ ਲੈਸ ਦੈਨ ਇਕੁਅਲ ਟੂ 0। ਤਾਂ ਇਸ ਦੇ ਵਿੱਚ ਅਗਰ ਆਪਾਂ ਡਾਇਨਾਮਿਕਸ ਦੇ ਵਿੱਚ ਆ ਤਾਂ ਜਿਹੜਾ ਸਪੋਨਟੇਨੀਅਸ ਡਾਇਰੈਕਸ਼ਨ ਹੈ ਪ੍ਰੋਸੈਸ ਦੀ, ਉਸ ਦੇ ਵਿੱਚ ਜੋ ਯੂ ਹੋਏਗਾ ਇੰਟਰਨਲ ਐਨਰਜੀ ਹੋਏਗੀ ਉਹ ਮਿਨੀਮਮ ਹੋਏਗੀ ਜਾਂ ਕੀ ਹੋਏਗੀ, ਕੌਨਸਟੈਂਟ ਹੋ ਜਾਏਗੀ। ਅਗਰ ਥਰਮੋਡਾਇਨਾਮਿਕਸ ਦੀ ਗੱਲ ਕਰੀਏ ਤਾਂ ਜੀ ਜੋ ਆਪਣੇ ਕੋਲ ਗਿਬਸ ਫੰਕਸ਼ਨ ਹੈ ਇਹ ਕੌਨਸਟੈਂਟ ਹੋਏਗਾ ਜਾਂ ਮਿਨੀਮਮ ਹੋ ਜਾਏਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਥਰਮੋਡਾਇਨਾਮਿਕਸ ਦੇ ਸਟੇਟ ਵੇਰੀਏਬਲਸ ਦੀ। ਦੇਖੋ ਤੁਹਾਨੂੰ ਮੈਂ ਕੱਲ੍ਹ ਕਰਵਾਇਆ ਸੀਗਾ, ਆਪਾਂ ਨੇ ਗੱਲ ਕੀਤੀ ਸੀਗੀ ਕਿਹੜੇ ਕਿਹੜੇ ਵੇਰੀਏਬਲਸ ਹੁੰਦੇ ਨੇ, ਸਟੇਟ ਵੇਰੀਏਬਲਸ ਕਿਹੜੇ ਕਿਹੜੇ ਸੀ, ਪੀ ਵੀ ਟੀ ਕਿਊ, ਪ੍ਰੈਸ਼ਰ ਵੋਲੀਅਮ ਟੈਂਪਰੇਚਰ ਐਂਡ ਹੀਟ। ਤਾਂ ਇਸ ਦੀ ਅਗਰ ਗੱਲ ਕਰੀਏ ਹੁਣ ਆਪਣੇ ਕੋਲ ਕੀ ਹੈ, ਆਈਸੋਬਾਰਿਕ ਕਮ ਆਈਸੋ ਇੰਟਰੋਪਿਕ ਪ੍ਰੋਸੈਸ, ਆਪਾਂ ਨੇ ਦੋ ਲੈ ਕੇ ਚੱਲਨੇ ਆ। ਦੇਖੋ ਆਈਸੋਬਾਰਿਕ ਦਾ ਮਤਲਬ ਕੀ ਸੀ, ਪ੍ਰੈਸ਼ਰ, ਆਈਸੋ ਇੰਟਰੋਪਿਕ ਦਾ ਮਤਲਬ ਕੀ ਸੀ ਆਪਣੇ ਕੋਲ ਇੰਟਰੋਪੀ, ਇਹ ਦੋਨੇ ਕੀ ਨੇ, ਕੌਨਸਟੈਂਟ ਨੇ। ਇਹਦਾ ਮਤਲਬ ਚੇਂਜ ਇਨ ਇੰਟਰੋਪੀ ਐਂਡ ਚੇਂਜ ਇਨ ਪ੍ਰੈਸ਼ਰ ਕੀ ਹੋ ਗਿਆ ਆਪਣੇ ਕੋਲ, 0 ਹੋ ਗਿਆ। ਹੁਣੇ ਆਪਾਂ ਵੈਲਿਊ ਨਿਕਾਲੀ ਸੀ ਡੀ ਯੂ ਪਲੱਸ ਪੀ ਡੀ ਵੀ ਲੈਸ ਦੈਨ ਇਕੁਅਲ ਟੂ 0, ਡੈਰੀਵੇਟਿਵ ਬਾਹਰ ਕੀਤਾ ਤਾਂ ਜੋ ਯੂ ਪਲੱਸ ਪੀ ਵੀ ਹੈ
ਇਸ ਦੀ ਵੈਲਿਊ ਕਿਸ ਦੇ ਇਕੁਅਲ ਹੁੰਦੀ ਹੈ ਆਪਣੇ ਕੋਲ ਇੰਟਰੋਪੀ ਦੀ, ਐਚ ਦੇ। ਇਹ ਕਿਹੜਾ ਫੰਕਸ਼ਨ ਹੋ ਗਿਆ, ਸੌਰੀ ਇੰਥੈਲਪੀ ਦੇ। ਆ ਕਿਹੜਾ ਫੰਕਸ਼ਨ ਹੋ ਗਿਆ ਆਪਣੇ ਕੋਲ, ਇੰਥੈਲਪੀ ਫੰਕਸ਼ਨ ਹੋ ਗਿਆ। ਕਲੀਅਰ। ਆਪਾਂ ਨੇ ਦੋ ਦੋ ਟਰਮਸ ਲੈ ਕੇ ਕਰਨੀਆਂ ਨੇ, ਤੁਸੀਂ ਖੁਦ ਵੀ ਸੋਲਵ ਕਰ ਸਕਦੇ ਹੋ। ਜਦੋਂ ਆਪਾਂ ਨੇ ਲਿਆ ਟੈਂਪਰੇਚਰ ਅਤੇ ਵੋਲੀਅਮ ਨੂੰ ਕੌਨਸਟੈਂਟ ਲਿਆ, ਇਸ ਦਾ ਮਤਲਬ ਚੇਂਜ ਇਨ ਟੈਂਪਰੇਚਰ ਐਂਡ ਚੇਂਜ ਇਨ ਵੋਲੀਅਮ ਕੀ ਹੋ ਜਾਏਗਾ, 0 ਦੇ ਇਕੁਅਲ ਹੋ ਜਾਏਗਾ। ਤਾਂ ਆਪਣੇ ਕੋਲ ਕਿਹੜਾ ਫੰਕਸ਼ਨ ਆ ਜਾਏਗਾ ਆਪਣੇ ਕੋਲ, ਹੈਲਮਹੋਲਟਜ਼ ਫ੍ਰੀ ਫੰਕਸ਼ਨ, ਫ੍ਰੀ ਐਨਰਜੀ ਫੰਕਸ਼ਨ ਆ ਗਿਆ, ਜਿਸ ਦੀ ਵੈਲਿਊ ਕੀ ਹੁੰਦੀ ਹੈ ਯੂ ਮਾਈਨਸ ਟੀ ਐਸ। ਚੇਂਜ ਇਨ ਇੰਟਰਨਲ ਐਨਰਜੀ ਮਾਈਨਸ ਟੀ ਐਸ, ਟੀ ਡੀ ਐਸ ਹੁੰਦਾ, ਉਹਦੇ ਵਿੱਚੋਂ ਆਪਾਂ ਡੈਰੀਵੇਟਿਵ ਬਾਹਰ ਕੱਢ ਰਿਹਾ ਸੀ। ਇਹਦੀ ਵੈਲਿਊ ਕੀ ਹੋਏਗੀ, ਮਿਨੀਮਮ ਹੋਏਗੀ ਇਸ ਦੇ ਵਿੱਚ। ਇਸ ਵੇ ਦੇ ਨਾਲ ਆਪਾਂ ਨੇ ਕੀ ਕਰਨਾ, ਇਹਨਾਂ ਨੂੰ ਸੋਲਵ ਕਰਕੇ ਦੇਖਣਾ ਹੈ। ਆਈ ਹੋਪ ਤੁਹਾਨੂੰ ਸਮਝ ਆ ਰਿਹਾ। ਸਿਮਿਲਰਲੀ ਨੈਕਸਟ ਆਪਾਂ ਨੇ ਲੈ ਲਿਆ ਆਈਸੋਕੋਰਿਕ ਐਂਡ ਆਈਸੋ ਐਂਟ੍ਰੋਪਿਕ। ਕੋਰਿਕ ਦਾ ਮਤਲਬ ਕੀ ਸੀ, ਵੋਲੀਅਮ ਕੌਨਸਟੈਂਟ। ਐਂਟ੍ਰੋਪਿਕ ਦਾ ਮਤਲਬ ਕੀ ਸੀ, ਆਪਣੀ ਐਂਟ੍ਰੋਪੀ ਕੌਨਸਟੈਂਟ। ਇਹਦਾ ਮਤਲਬ ਇਹਨਾਂ ਦਾ ਡੈਰੀਵੇਟਿਵ ਕੀ ਹੋ ਜਾਏਗਾ, 0 ਹੋ ਜਾਏਗਾ। ਤਾਂ ਇਸ ਦਾ ਮਤਲਬ ਇੰਟਰਨਲ ਐਨਰਜੀ ਤੁਹਾਡੀ ਕੀ ਹੋ ਜਾਏਗੀ, ਮਿਨੀਮਮ ਹੋ ਜਾਏਗੀ, ਜਾਂ ਫਿਰ ਕੀ ਹੋ ਜਾਏਗੀ, ਕੌਨਸਟੈਂਟ ਹੋ ਜਾਏਗੀ, ਕਿਉਂਕਿ ਇਕੁਅਲ ਟੂ ਦਾ ਵੀ ਨਾਲ ਕੀ ਤੁਹਾਡੇ ਕੋਲ ਸਾਈਨ ਮੈਂਸ਼ਨ ਦਿੱਤਾ ਹੋਇਆ। ਨੈਕਸਟ ਤੁਹਾਡੇ ਕੋਲ ਕੀ ਹੈ, ਆਈਸੋਥਰਮਲ ਐਂਡ ਆਈਸੋਬਾਰਿਕ। ਆਈਸੋਥਰਮਲ ਅਤੇ ਆਈਸੋਬਾਰਿਕ ਦੇ ਵਿੱਚ ਟੈਂਪਰੇਚਰ ਅਤੇ ਪ੍ਰੈਸ਼ਰ ਕੌਨਸਟੈਂਟ। ਸਿਮਿਲਰਲੀ ਇਹਨਾਂ ਦਾ ਜੋ ਡੈਰੀਵੇਟਿਵ ਹੈ ਉਹ ਕੀ ਹੋ ਗਿਆ, 0 ਹੋ ਗਿਆ। ਤਾਂ ਤੁਹਾਡੇ ਕੋਲ ਇਹੀ ਫੰਕਸ਼ਨ ਆਈ ਥਿੰਕ ਰਿਪੀਟ ਹੋ ਗਿਆ, ਨਹੀਂ ਸੌਰੀ, ਇਹ ਤੁਹਾਡਾ ਗਿਬਸ ਫੰਕਸ਼ਨ ਵਾਲਾ ਹੀ ਆ ਗਿਆ। ਗਿਬਸ ਫੰਕਸ਼ਨ ਇਹ ਤੁਹਾਡਾ ਰਿਪੀਟ ਹੋ ਗਿਆ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਮੈਕਸਵੈਲ ਦੀਆਂ ਜੋ ਥਰਮੋਡਾਇਨਾਮਿਕਸ ਰਿਲੇਸ਼ਨ ਸੀਗੇ, ਕਿਸ ਵੇ ਦੇ ਨਾਲ ਨਿਕਾਲਦੇ ਹੁੰਦੇ ਸੀ ਇਹਨਾਂ ਨੂੰ। ਤੁਸੀਂ ਅਬ ਦੇਖੋ, ਇਸ ਨੂੰ ਪਹਿਲਾਂ ਮੈਂ ਦੱਸ ਦਿੰਦੀ ਹਾਂ ਤੁਹਾਡੇ ਯਾਦ ਕਰਨ ਦਾ। PTSV ਇਹ ਨਾ 4 ਹੁੰਦੇ ਸੀਗੇ। ਦੇਖੋ ਇਹਨਾਂ ਨੂੰ ਜਦੋਂ ਆਪਾਂ ਰੋਟੇਟ ਕਰਦੇ ਹਾਂ ਨਾ, ਤੁਸੀਂ ਦੇਖੋ P ਤੇ ਪ੍ਰੈਸ਼ਰ, V ਤੇ ਵੋਲੀਅਮ, T ਤੇ ਟੈਂਪਰੇਚਰ, S ਤੇ ਇੰਟਰੋਪੀ, ਇਹਨਾਂ ਚਾਰਾਂ ਨੂੰ ਲੈ ਕੇ ਤੁਸੀਂ ਆਹ ਫੰਕਸ਼ਨਸ ਬਣਾਏ ਹੋਏ ਆ ਜੋ ਆਪਾਂ ਪਿੱਛੇ ਡਿਸਕਸ ਕੀਤੀ ਹੈ। ਕਿੱਦਾਂ ਇਹਨਾਂ ਨੂੰ ਰੋਟੇਟ ਕਰਕੇ, ਇਹਨਾਂ ਦੀ ਜਦੋਂ ਰੋਟੇਸ਼ਨ ਕਰਦੇ ਹਾਂ, ਰੋਟੇਸ਼ਨ ਦੇ ਨਾਲ ਕੀ ਅਲੱਗ-ਅਲੱਗ ਵੈਲਿਊਜ਼ ਆਉਂਦੀਆਂ ਨੇ। ਇਸ ਨੂੰ ਆਪਾਂ ਮੈਕਸਵੈਲ ਥਰਮੋਡਾਇਨਾਮਿਕਸ ਰਿਲੇਸ਼ਨ ਵੀ ਬੋਲਦੇ ਹਾਂ। ਦੇਖੋ ਆਹ ਕੀ ਹੈ, ਮੈਥਡ ਹੁੰਦਾ। ਇਸ ਕੈਪੀਟਲ X ਹੈ ਤਾਂ ਅਲੱਗ-ਅਲੱਗ ਨੇ, ਵੇਰੀਏਬਲਸ ਨੇ। ਜਿੱਦਾਂ ਅਗਰ ਮੈਂ ਗੱਲ ਕਰਾਂ ਫਰੋਮ ਇੰਟਰਨਲ ਐਨਰਜੀ ਯੂ ਦੀ ਗੱਲ ਕਰਦੇ ਹਾਂ। ਦੇਖੋ ਇੰਟਰਨਲ ਐਨਰਜੀ ਯੂ ਦੀ ਗੱਲ ਕਰੀਏ ਤਾਂ ਕਰਲੀ ਕਿਊ, ਇਹ ਤਾਂ ਆਪਾਂ ਨੂੰ ਪਤਾ ਫਸਟ ਲਾ ਹੈ ਅਤੇ ਸੈਕਿੰਡ ਲਾ ਹੈ, ਠੀਕ ਹੈ ਜੀ। ਤਾਂ ਡੀ ਯੂ ਕਿਹਦੇ ਇਕੁਅਲ ਆ ਗਿਆ ਸੀਗਾ, ਟੀ ਡੀ ਐਸ। ਇਹਦੀ ਵੈਲਿਊ ਪੁੱਟ ਹੋ ਗਈ ਸੀ ਮਾਈਨਸ ਪੀ ਡੀ ਵੀ। ਦੇਖੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਡੀ ਯੂ, ਇਹਦੇ ਵਿੱਚ ਅਗਰ ਮੈਂ ਤੁਹਾਨੂੰ ਇੱਥੇ ਸੋਲਵ ਕਰਕੇ ਦਿਖਾ ਦਿੰਦੀ ਹਾਂ, ਆਪਾਂ ਕੌਨਸਟੈਂਟ ਨੂੰ ਸੋਲਵ ਕਰ ਲੈਂਦੇ ਹਾਂ। ਦੇਖੋ ਕਿਹਦੇ ਇਕੁਅਲ ਹੈ, ਡੀ ਯੂ ਟੀ ਡੀ ਐਸ ਮਾਈਨਸ ਪੀ ਡੀ ਵੀ। ਇਸ ਵੇ ਦੇ ਨਾਲ ਹੈ ਤੁਹਾਡੇ ਕੋਲ। ਜਦੋਂ ਡੀ ਯੂ ਕੌਨਸਟੈਂਟ ਲੈ ਕੇ ਆਉਂਦੇ ਆਪਾਂ, ਮੰਨ ਲਓ ਮੈंने ਕਰਲ ਵੀ ਇੰਟਰੋਪੀ ਨੂੰ ਕੌਨਸਟੈਂਟ ਕਰਤਾ, ਤਾਂ ਚੇਂਜ ਇਨ ਇੰਟਰੋਪੀ ਕੀ ਹੋ ਜਾਏਗੀ, 0 ਹੋ ਜਾਏਗੀ। ਤਾਂ ਇਹ ਆਪਣੇ ਕੋਲ ਪੋਰਸ਼ਨ ਕੀ ਹੋ ਗਿਆ, 0। ਵਿਦ ਰਿਸਪੈਕਟ ਟੂ ਆਪਣੇ ਕੋਲ ਵੋਲੀਅਮ ਚੱਲ ਰਿਹਾ, ਕਰਲ ਵੀ मैंने ਇੰਟਰੋਪੀ ਕੀ ਰੱਖਤੀ ਕੌਨਸਟੈਂਟ, ਤਾਂ ਆਪਣੇ ਕੋਲ ਇਹ 0 ਹੋ ਗਿਆ। ਆਪਣੇ ਕੋਲ ਕੀ ਬਚ ਗਿਆ, ਮਾਈਨਸ ਪੀ ਬਚ ਗਿਆ, ठीक है। अगर इंट्रोपी कांस्टेंट है तो ये पोर्शन 0 माइनस पी डी वी सी, डी वी नीचे चला गया, माइनस पी आ गया। देखो सिमिलरली अगर मैं गल करा तो कोल की है, डी यू इज़ इक्वल टू टी डी एस माइनस पी डी वी। हुण अगर मैं वॉल्यूम चेंज इन वॉल्यूम की करदा, कॉन्सटेंट करदा, वॉल्यूम कॉन्सटेंट करदा तो चेंज इन वॉल्यूम की आ जाएगा तुहाडे कोल 0। वॉल्यूम कॉन्सटेंट करदा तो चेंज इन वॉल्यूम की आ जाएगा 0। तो डी यू बाय इज़ इक्वल टू टी डी एस बच गया, नाल की आ गया तुहाडे कोल माइनस 0। हुण देखो ये दूसरी साइड चला जाएगा, डिवाइड डी यू बाय डी एस किस दे इक्वल आ गया, टैंपरेचर टी दे। आ तुहाडे कोल वैल्यू आ गई। हुण वैल्यू नूं आपां ने पुट की करना सी, कर्ल बाय कर्ल एस जो कॉन्सटेंट सी उसनूं किस दे इक्वल, कर्ल यू आपां ने वैल्यू निकालिया कर्ल वी, क्योंकि जिहड़ा कॉन्सटेंट है उसनूं एस कॉन्सटेंट सी ना, यही बाहर लैके चलिया, किस दे इक्वल आया सीगा, ਇਹ ਜੋ ਪੂਰਾ ਸੀ ਇਸ ਦੇ ਵਿੱਚ ਜੋ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਆਪਾਂ ਨੇ ਲਿਆ ਕਿਸ ਨੂੰ ਕੌਨਸਟੈਂਟ ਹੈ, ਵੋਲੀਅਮ ਨੂੰ। ਸੌਰੀ ਚੇਂਜ ਇਨ ਕੀ ਹੋ ਰਿਹਾ ਆਪਣੇ ਕੋਲ, ਵੋਲੀਅਮ ਹੋ ਰਿਹਾ। ਤਾਂ ਵੋਲੀਅਮ ਦਾ ਜੋ ਵਾਈ ਵੇਰੀਏਬਲ ਹੈ ਉਹ ਬਾਹਰ ਆ ਜਾਏਗਾ। ਜੋ ਰਿਲੇਸ਼ਨ ਮੈਂਸ਼ਨ ਹੈ ਉਸ ਨੂੰ ਲਿਖ ਰਹੇ ਹਾਂ, ਇਜ਼ ਇਕੁਅਲ ਟੂ। ਨੈਕਸਟ ਕੀ ਹੈ, ਆਪਾਂ ਨੇ ਨੈਕਸਟ ਕਿਸ ਨੂੰ ਕੌਨਸਟੈਂਟ ਕੀਤਾ ਸੀਗਾ, ਵੋਲੀਅਮ ਨੂੰ। ਤਾਂ ਇੱਥੇ ਵੋਲੀਅਮ ਆ ਜਾਏਗਾ। ਕਿਸ ਦੇ ਇਕੁਅਲ ਆਪਣੇ ਕੋਲ ਵੈਲਿਊ ਆ ਗਈ ਸੀ, ਡੀ ਯੂ ਬਾਏ डी एस।
ਆਪਣੇ ਕੋਲ ਆ ਜੋ v ਸੀ ਕੌਂਸਟੈਂਟ, ਨਾਲ ਜੋ ਚੇਂਜ ਕਿਸ 'ਚ ਹੋਇਆ ਸੀ s ਦੇ ਵਿੱਚ ਆ ਗਿਆ, ਇਕੁਅਲ ਆ ਗਿਆ ਵੈਲਿਊ। ਹੁਣ ਇਹਨਾਂ ਦੀ ਆਪਾਂ ਵੈਲਿਊ ਜੋ ਨਿਕਾਲੀਆਂ ਸੀ ਉਸ ਦੀ ਵੈਲਿਊਜ਼ ਆਪਾਂ ਪੁੱਟ ਕਰ ਸਕਦੇ ਹਾਂ। ਦੇਖੋ ਇਹਨਾਂ ਦੀ ਵੈਲਿਊ ਇੱਕ t ਨਿਕਾਲੀ ਆਪਾਂ, ਔਰ ਇੱਕ ਆਪਾਂ ਨੇ ਵੈਲਿਊ ਨਿਕਾਲੀ ਹੈ -p। ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਦੇ ਹਾਂ, ਇਸ ਦੀਆਂ ਵੈਲਿਊਜ਼ ਪੁੱਟ ਕਰ ਦਿਓ ਤੁਸੀਂ। ਕੀ ਬਣ ਜਾਏਗਾ? ਮਾਈਨਸ ਕਰਲ p ਬਾਏ ਕਰਲ s ਐਟ ਕੌਂਸਟੈਂਟ v ਇਜ਼ ਇਕੁਅਲ ਟੂ ਕਰਲ t ਬਾਏ ਕਰਲ v ਐਟ ਕੌਂਸਟੈਂਟ s। ਇਹ ਤੁਹਾਡੇ ਕੋਲ ਕੀ ਬਣ ਗਿਆ? ਫਸਟ ਜੋ ਰਿਲੇਸ਼ਨ ਬਣ ਗਿਆ, ਇਹਨੂੰ ਸਟਾਰ ਤੁਸੀਂ ਮੈਂਸ਼ਨ ਕਰ ਸਕਦੇ ਹੋ। ਇਸ ਵੇ ਦੇ ਨਾਲ ਤੁਸੀਂ ਨਿਕਾਲ ਸਕਦੇ ਹੋ। ਤੁਸੀਂ ਹੈਲਮੇਟਸ ਕੌਂਸਟੈਂਟ ਵੀ ਲੈ ਕੇ ਚੱਲ ਸਕਦੇ ਹੋ, ਅਤੇ ਅਲੱਗ ਅਲੱਗ ਕੀ ਨੇ ਇੱਦਾਂ ਦੀਆਂ ਤੁਸੀਂ ਕੀ ਹੈ ਵੈਲਿਊਜ਼ ਨਿਕਾਲੋਗੇ। ਹੁਣ ਜੋ ਤੁਹਾਨੂੰ ਮੈਂ ਰਿਲੇਸ਼ਨ ਦੱਸਿਆ ਸੀ ਨਾ, ਦੇਖੋ ਮੈंने ਤੁਹਾਨੂੰ ਰਿਲੇਸ਼ਨ ਕਰਵਾਇਆ ਸੀਗਾ ਪੀ ਐਸ ਵੀ ਤੁਸੀਂ ਐਰੋਜ਼ ਨਾਲ ਘੁਮਾਉਣਾ, ਟੀ ਵੀ ਇਸ ਤਰ੍ਹਾਂ ਨਾਲ। ਦੇਖੋ ਹੁਣ ਕੀ ਹੈ, ਕਰਲ ਪੀ ਬਾਏ ਕੀ ਸੀ ਤੁਹਾਡੇ ਕੋਲ? ਕਰਲ ਐਸ ਹੈ। ਕਰਲ ਪੀ ਬਾਏ ਕਰਲ ਐਸ ਮੀਨਸ ਪੀ ਅਤੇ ਐਸ ਦਾ ਰਿਲੇਸ਼ਨ ਹੈ। ਤਾਂ ਜਦੋਂ ਵੀ ਤੁਸੀਂ, ਇਸ ਦਾ ਮਤਲਬ ਕਿ ਤੁਹਾਡੇ ਕੋਲ ਵੋਲੀਅਮ ਕੀ ਹੈ? ਕੌਂਸਟੈਂਟ। ਆਪਾਂ ਇਸ ਸਾਈਡ ਆ ਰਹੇ ਹਾਂ, ਤਾਂ ਦੂਸਰਾ ਕੀ ਹੈ? ਕਰਲ ਟੀ ਬਾਈ ਕਰਲ ਵੀ ਇਸ ਸਾਈਡ ਆ ਰਿਹਾ। ਤਾਂ ਇਹਦੇ ਵਿੱਚ ਕੌਂਸਟੈਂਟ ਕੀ ਹੋਏਗਾ? ਜੋ ਓਪੋਜ਼ਿਟ ਵਾਲਾ ਹੈ। ਕਰਲ ਟੀ ਬਾਈ ਕਰਲ ਵੀ ਦਾ ਓਪੋਜ਼ਿਟ ਐਸ ਵਾਲਾ ਸੀ, ਅਤੇ ਆਪਣਾ ਇਸ ਸਾਈਡ ਓਪੋਜ਼ਿਟ ਕੀ ਹੈ? ਵੀ ਵਾਲਾ। ਇਸ ਵੇ ਦੇ ਨਾਲ, ਠੀਕ ਹੈ। ਇਹਦੇ ਨਾਲ ਤੁਸੀਂ ਸੋਲਵ ਕਰਕੇ ਦੇਖ ਸਕਦੇ ਹੋ ਕਿ ਕਿੱਦਾਂ ਕਿਸ ਦੀ ਵੈਲਿਊ ਆਏਗੀ। ਕਲੀਅਰ? ਜਦੋਂ ਤੁਸੀਂ ਖੁਦ ਪ੍ਰੈਕਟਿਸ ਕਰੋਗੇ ਤਾਂ ਤੁਹਾਡਾ ਈਜ਼ਲੀ ਹੋ ਜਾਏਗਾ। ਦੇਖੋ ਇੱਧਰ ਮੈंने ਸੋਲਵ ਕਰਕੇ ਦਿਖਾਇਆ ਹੋਇਆ। ਨੈਕਸਟ ਆਪਾਂ ਕਰਦੇ ਹਾਂ, ਦੇਖੋ ਹੈਲਮਟਸ ਫ੍ਰੀ એનર્ਜੀ ਦਾ ਲੈ ਲਾਂਗੇ, ਜੋ ਮੈंने ਪਿੱਛੇ ਕਰਾਇਆ ਸੀ। ਕਿਸ ਦੇ ਇਕੁਅਲ ਆਈ ਸੀ? ਐਫ ਦੀ ਵੈਲਿਊ u ਮਾਈਨਸ ਟੀ ਐਸ। ਤਾਂ ਤੁਸੀਂ ਫਿਰ ਇਸ ਦਾ ਡੈਰੀਵੇਟਿਵ ਲੈ ਲਓਗੇ, ਇਸ ਦੀ ਵੈਲਿਊ ਪੁੱਟ ਕਰ ਦੋਗੇ, ਤਾਂ ਤੁਸੀਂ ਦੇਖ ਸਕਦੇ ਹੋ ਕਿਹੜੀ ਚੀਜ਼ ਕੀ ਆ ਰਹੀ ਹੈ? ਕੌਂਸਟੈਂਟ ਆ ਰਹੀ ਹੈ। ਤਾਂ ਇਸ ਵੇ ਦੇ ਨਾਲ ਵੈਲਿਊਜ਼ ਬਣ ਜਾਣਗੀਆਂ। ਸਿਮਿਲਰਲੀ ਜੋ ਇਨਥੈਲਪੀ ਵਾਲਾ ਹੈ, ਉਸ ਦੇ ਵਿੱਚ ਐਚ ਦੀ ਵੈਲਿਊ ਕਿੰਨੀ ਹੁੰਦੀ ਹੈ? u ਪਲਸ ਪੀ ਵੀ। ਤਾਂ ਇਸ ਦਾ ਡੈਰੀਵੇਟਿਵ ਲੈ ਲਓਗੇ, ਇੱਕ ਵਾਰ ਇੱਕ ਚੀਜ਼ ਕੌਂਸਟੈਂਟ ਰੱਖ ਦੋਗੇ, ਦੂਸਰੀ ਵਾਰ ਦੂਸਰੀ ਕੌਂਸਟੈਂਟ ਰੱਖ ਦੋਗੇ, ਤਾਂ ਉਸ ਦੇ ਨਾਲ ਇਹਨਾਂ ਦੇ ਵੀ ਕੀ ਆ ਜਾਣਗੇ? ਡੈਰੀਵੇਟਿਵ ਆ ਜਾਣਗੇ। ਸਿਮਿਲਰਲੀ ਜੋ ਗਿਬਸ ਫ੍ਰੀ એનર્ਜੀ ਹੈ, ਉਸ ਨੂੰ ਗਿਬਸ ਫੰਕਸ਼ਨ ਹੈ, ਉਸ ਨੂੰ ਵੀ ਕੀ ਰੱਖ ਦੋਗੇ? ਕੌਂਸਟੈਂਟ। ਆ ਮੈंने ਲਿਖਿਆ ਵੀ ਹੋਇਆ, ਤੁਸੀਂ ਇਹਨਾਂ ਨੂੰ ਕੀ ਕਰ ਸਕਦੇ ਹੋ? ਰੋਟੇਟ ਕਰ ਸਕਦੇ ਹੋ। ਇਹ ਜੋ ਸਾਰੀ ਡੈਰੀਵੇਸ਼ਨਸ ਹੈ, ਇਹ ਤੁਸੀਂ ਇੱਕ ਵਾਰ ਖੁਦ ਸੋਲਵ ਕਰਕੇ ਦੱਸਿਓ। ਅਗਰ ਨਾ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ, ਮੈਂ ਤੁਹਾਨੂੰ ਰਿਪੀਟ ਕਰਵਾ ਦਾਂਗੀ ਸਾਰਾ। ਕਲੀਅਰ? ਨੈਕਸਟ ਆਪਾਂ ਦੇਖਦੇ ਹਾਂ, ਹਾਂਜੀ। ਤਾਂ ਅੱਜ ਲਈ ਇਹ ਟੌਪਿਕ ਇੰਨਾ ਹੀ ਸੀ ਤੁਹਾਡੇ ਲਈ। ਪਲੀਜ਼ ਫੀਡਬੈਕ ਜ਼ਰੂਰ ਦਈਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਗਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਅਤੇ ਜ਼ਰੂਰ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ। ਅਗਰ ਨਿਊ ਹੋ, ਸ਼ੇਅਰ ਕਰੋ ਚੈਨਲ ਨੂੰ ਆਪਣੇ ਫਰੈਂਡਸ ਦੇ ਨਾਲ, ਚੈਨਲ ਨੂੰ ਸਪੋਰਟ ਕਰੋ, ਅਤੇ ਫੀਡਬੈਕ ਦੇ ਕੇ ਜ਼ਰੂਰ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਥੈਂਕ ਯੂ ਸੋ ਮਚ। ਕੀਪ ਸਪੋਰਟਿੰਗ। ਥੈਂਕ ਯੂ।